अस्सलामुअलैकुम वरहमतुल्लाहि वबरकातुहू। ਪਈ ਜਾ ਰਿਹਾ ਕਿ ਮੌਲਵੀ ਨਹੀਂ ਪੇ ਬੋਲਦਾ, ਮਸਜਿਦ ਤੋਂ ਹੋ ਰਹੀ, ਮੌਲਵੀ ਨਹੀਂ ਬੋਲ ਰਿਹਾ, ਨਹੀਂ ਬੋਲ ਰਿਹਾ। ਤੇ ਤੁਸੀਂ ਕਲਮਾ ਨਹੀਂ ਪੜਿਆ? ਤੁਹਾਨੂੰ ਸਮਝ ਲੱਗ ਰਹੀ ਹੈ ਨਾ ਕਿ ਮਸਜਿਦ ਤੋਂ ਹੋ ਰਹੀ ਹੈ? ਜਦ ਤੁਹਾਨੂੰ ਸਮਝ ਲੱਗ ਰਹੀ ਹੈ, ਕਲਮਾ ਤੁਸੀਂ ਪੜਿਆ ਤੇ ਮੌਲਵੀ ਨੇ ਸਾਰਾ ਕੁਝ ਕਰੀ ਜਾਣਾ। ਮੌਲਵੀ ਦੇ ਮਸੀਤੇ ਵੜ ਕੇ ਉਹਦੀ ਦਾੜੀ ਮੁੰਨਤੀ, ਉਸ ਨੇ ਸਾਰਾ ਕੁਝ ਕਰਤਾ। ਤੇ ਉਹ ਮਤਲਬ ਕਿ ਸਾਰੇ ਮੌਲਵੀ ਆਪਣੇ ਆਪ ਨੂੰ ਇਸ ਤਰ੍ਹਾਂ ਰਿਸਕ ਨਾਲ ਹੀ ਰੱਖਣ। ਉਹ ਸਾਰਾ ਕੁਝ ਮੌਲਵੀ ਨਹੀਂ ਕਰਨਾ। ਰਜ਼ਾਨ ਤੁਹਾਡੇ ਕਾਦੀ ਮੌਲਵੀ ਨੇ ਦੇਣਾ, ਤੁਹਾਡਾ ਜਨਾਜ਼ਾ ਮੌਲਵੀ ਨੇ ਪੜ੍ਹਾਉਣਾ ਹੈ। ਤੁਹਾਨੂੰ ਇੱਦਾਂ ਸ਼ੁਬਰਾ ਤੁਹਾਨੂੰ ਨਹੀਂ ਪੜ੍ਹਾਉਣੀ ਹੈ, ਤੁਹਾਨੂੰ ਸਰਾਬੀਆਂ ਉਹਨਾਂ ਨੇ ਪੜ੍ਹਾਉਣੀਆਂ ਨੇ, ਤੁਹਾਨੂੰ ਜਨਾਜ਼ਾ ਉਹਨਾਂ ਨੇ ਪੜ੍ਹਾਉਣਾ ਹੈ, ਤੇ ਤੁਹਾਡੇ ਕੋਲ ਗਾਲਾਂ ਵੀ ਉਹਨਾਂ ਨੇ ਖਾਣੀਆਂ ਨੇ। ਲੱਖ ਦੀ ਲਾਹਨਤ ਤੁਹਾਡੀ ਬੈਠਿਆਂ ਤੇ। ਮਤਲਬ ਉਦੋਂ ਵੀ ਬਕਵਾਸ ਕਰਦੇ ਸੀ ਤੇ ਗੱਲ ਸਾਡੀ ਨਹੀਂ ਸੀ ਮੰਨਦੇ ਕਿ ਇਹ ਖਾਤਮੇ ਨਬੀਨ ਜਿਹੜਾ ਇਹਨੇ ਜਾਣਬੁੱਝ ਕੇ ਨਹੀਂ ਕਹਿ ਸਕਿਆ ਜਾਂ ਗਲਤੀ ਹੋਈ ਹੈ। ਕਿ ਇਹ ਜਾਣਬੁੱਝ ਕੇ ਨਹੀਂ ਸੀ ਕਹਿ ਰਿਹਾ, ਕਿਉਂਕਿ ਇਹਨੇ ਫਿਊਚਰ ਵਿੱਚ ਆਪਣੇ ਆਪ ਨੂੰ ਨਬੀ ਡਿਕਲੇਅਰ ਕਰਨਾ ਸੀ। ਅਗਰ ਉਸ ਦਿਨ ਖਾਤਮ ਨਬੀਨ ਕਹਿ ਦਿੰਦਾ ਤਾਂ ਮਤਲਬ ਸੀ ਲੋਕਾਂ ਨੇ ਇਹਦੀ ਗੱਲ ਸੁਣਾਉਣੀ ਸੀ ਕਿ ਤੂੰ ਤਾਂ ਪਹਿਲੇ ਆਪ ਕਹਿ ਬੈਠਾ ਆ, ਤੂੰ ਹਲਫ ਚੁੱਕਿਆ ਸੀ, ਉਹਦੇ ਤੂੰ ਕਿਹਾ ਸੀ। ਉਹ ਮਰ ਜਾਏਗਾ, ਗੱਲ ਨਹੀਂ ਕਹੇਗਾ, ਤੇ ਨਾ ਹੀ ਉਹਦੇ ਵੱਡਿਆਂ ਨੇ ਕਦੀ ਕਹੀ ਹੈ। ਤੇ ਧਿਆਨ ਕਰੋ, ਅੱਜ ਕੱਲ ਉਹ ਇਸਲਾਮ ਦੇ ਉੱਤੇ ਤੇ ਪਾਕਿਸਤਾਨ ਤੇ ਚੜਾਈ ਫੁੱਲ ਕਰ ਗਏ ਜੇ। ਉਹਨਾਂ ਕੋਲ ਲਾਸਟ ਚਾਂਸ ਜੇ ਇੱਥੋਂ ਸਲਿੱਪ ਹੋਏ, ਦੁਬਾਰਾ ਨਹੀਂ ਆ ਸਕਦੇ, ਤੇ ਉਹਨਾਂ ਨੂੰ ਵੀ ਆਪਣੀ ਮਤਲਬ ਉਹ ਵਾਲਾ ਜ਼ੋਰ ਲਾਣਾ ਜੇ ਪੂਰਾ। ਅਗਰ ਸਿਆਸਤ ਤੋਂ ਹਟ ਕੇ ਅਗਰ ਸੀਰੀਅਸ ਟੌਪਿਕ ਤੇ ਸੀਰੀਅਸ ਇਸ਼ੂ ਤੇ ਗੱਲ ਕਰੀਏ ਤੇ ਸਭ ਤੋਂ ਅਹਿਮ ਇਸ਼ੂ ਹੈਗਾ ਜੇ ਓਵਰਸੀਜ਼ ਪਾਕਿਸਤਾਨੀਆਂ ਨੂੰ ਵੋਟ ਦੇ ਹੱਕ ਦਾ। ਦੇਖੋ ਜੀ, ਬਹੁਤ ਸਾਰੇ ਓਵਰਸੀਜ਼ ਪਾਕਿਸਤਾਨੀ ਨੇ ਜਿਹੜੇ ਇੱਥੇ ਰਹਿੰਦੇ ਨੇ, ਉਹਨਾਂ ਨੂੰ ਵੋਟ ਦਾ ਹੱਕ ਦੇਣ ਦਾ ਕੋਈ ਇਤਰਾਜ਼ ਨਹੀਂ। ਮੈਂ ਤੁਹਾਨੂੰ ਫਾਰਮੂਲਾ ਦੱਸਣਾ, ਸਾਰੀ ਦੁਨੀਆ ਦਿੰਦੀ ਹੈ। ਦੁਨੀਆ ਦੇ ਕੋਈ ਬੰਦੇ ਆਮ ਤੌਰ ਤੇ ਨਹੀਂ ਦਿੰਦੇ, ਲੇਕਿਨ ਜਿਹੜੇ ਦਿੰਦੇ ਨੇ ਉਹ ਕਿਸ ਤਰ੍ਹਾਂ ਦਿੰਦੇ ਨੇ ਉਸ ਤਰ੍ਹਾਂ ਹੀ ਤੁਸੀਂ ਦੇ ਦਿਓ। ਪਹਿਲੇ ਤਾਂ ਅਸੀਂ ਪਹਿਲੇ ਵੀ ਇੱਕ ਦਿਨ ਗੱਲ ਕੀਤੀ ਸੀ, ਫਿਰ ਦੁਬਾਰਾ ਰਿਪੀਟ ਕਰਨਾ ਕਿ ਕੁਝ ਉਹ ਬੰਦੇ ਨੇ ਜਿਹੜੇ ਇੱਥੇ ਆਏ, ਬਾਹਰ ਆ ਕੇ ਰਹੇ, ਉਹਨਾਂ ਦੇ ਬੱਚੇ ਇੱਥੇ ਪੈਦਾ ਹੋਏ, ਉਹਨਾਂ ਬੱਚਿਆਂ ਨੂੰ ਕੋਈ ਪਾਕਿਸਤਾਨ ਦਾ ਪਤਾ ਨਹੀਂ, ਕੋਈ ਸਰਕਾਰ ਨਹੀਂ, ਜਿਹੜੇ ਕਿ ਜੂਤੀਆਂ ਸੋਰੀ ਬਣ ਕੇ ਫਿਰ ਰਹੇ ਨੇ, ਗਾਲਾਂ ਗੋਲਾਂ ਕੱਢ ਰਹੇ ਨੇ, ਜਿਹਨਾਂ ਨੂੰ ਪਾਕਿਸਤਾਨ ਦੇ ਕਿਸੇ ਇਸ਼ੂ ਦਾ ਪਤਾ ਨਹੀਂ ਹੈਗਾ। ਸਿਰਫ ਇਸ ਵਾਸਤੇ ਇਹ ਕਹਿੰਦੇ ਕਿ ਵੀ ਰੌਲਾ ਪਾ ਰਹੇ ਨੇ ਕਿ ਜੋ ਪਾਕਿਸਤਾਨੀ ਆਪਣੇ ਨੂੰ ਕਹਿ ਰਹੇ ਨੇ ਜੇ ਉਹਨਾਂ ਦੇ ਮਾਂ ਪਿਓ ਪਾਕਿਸਤਾਨੀ ਸੀ, ਤੇ ਉਹਨਾਂ ਦੀ ਜ਼ਿਆਦਾ ਅਕਸਰੀਅਤ ਜਿਹੜੀ ਕਾਦੀਆਨੀਆਂ ਦੀ ਹੈ। ਤੇ ਜਿਹੜੇ ਬੰਦੇ ਦੇ ਦੂਸਰੇ ਇੱਥੇ ਆ ਕੇ ਅਸਾਲਮ ਵਗੈਰਾ ਲੈਂਦੇ ਰਹੇ ਨੇ, ਉਹਨਾਂ ਦੀ ਅਕਸਰੀਅਤ ਹੈ। ਉਹ ਅਸਾਲਮ ਜਿਹੜੇ ਲੈਂਦੇ ਰਹੇ ਨੇ, ਉਹ ਕਿਸੇ ਨਾ ਕਿਸੇ ਵਜ੍ਹਾ ਤੋਂ ਲੈਂਦੇ ਰਹੇ ਨੇ, ਕਿਸੇ ਨਾ ਕਿਸੇ ਵਜ੍ਹਾ ਤੋਂ ਉੱਥੋਂ ਕੱਢੇ ਕੇ ਜਾਂਦੇ ਰਹੇ ਨੇ, ਜਾਂ ਆਪ ਨਿਕਲਦੇ ਰਹੇ ਨੇ, ਜਾਂ ਫਿਰ ਮਜ਼ਦੂਰੀ ਵਾਲੇ ਬੰਦੇ, ਜਾਂ ਫਿਰ ਕਿਸੇ ਕੰਮ ਦੇ ਸਿਲਸਿਲੇ ਚ ਆਏ ਇੱਥੇ ਆ ਕੇ ਰਹਿੰਦੇ, ਕਿਸੇ ਵਰਕ ਪਰਮਿਟ ਤੇ ਆ ਕੇ ਰਹਿੰਦੇ। ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹੈਗੇ ਨੇ, ਡਿਫਰੈਂਟ। ਹੁਣ ਤੁਹਾਨੂੰ ਦੱਸਣਾ ਕਿ ਵੋਟ ਦਾ ਹੱਕ ਦੇਣ ਦਾ ਤਰੀਕਾ ਕੀ ਹੈਗਾ। ਵੋਟ ਦਾ ਹੱਕ ਦੇਣ ਦਾ ਸਿੰਪਲ ਤਰੀਕਾ ਜਨਾਬ, ਕਿ ਪਹਿਲੀ ਗੱਲ ਤੇ ਵੋਟ ਦਾ ਹੱਕ ਸਾਰਿਆਂ ਨੂੰ ਦਿਓ। ਉਹਨਾਂ ਲੋਕਾਂ ਨੂੰ ਜਿਹੜੇ ਬੰਦਿਆਂ ਨੇ ਬਾਹਰ ਦੇ ਪਾਸਪੋਰਟ ਨਹੀਂ ਰੱਖੇ, ਉਹਨਾਂ ਕੋਲ ਹਾਲੇ ਤੱਕ ਸਿਰਫ ਖਾਲੀ ਪਾਕਿਸਤਾਨੀ ਪਾਸਪੋਰਟ ਨੇ, ਉਹ ਵੋਟ ਦਾ ਹੱਕ ਉਹਨੂੰ ਦੇਣਾ ਚਾਹੀਦਾ ਹੈ। ਦੂਸਰੀ ਗੱਲ ਕਿ ਜਿਹੜੇ ਬੰਦੇ ਦੂਸਰੇ ਨੇ, ਉਹਨਾਂ ਨੂੰ ਵੋਟ ਦਾ ਹੱਕ ਆਲਰੇਡੀ ਮੌਜੂਦ ਹੈ, ਉਹ ਪਾਕਿਸਤਾਨ ਜਾ ਕੇ ਫੀਲ ਕਰਨ, 3 ਮਹੀਨੇ ਇੱਥੇ ਰਹਿਣ, ਆਪਣੇ ਪੱਲੇ ਟਿਕਟ ਲਾਉਣ ਤੇ ਉੱਥੇ ਵੋਟ ਦੇ ਕੇ ਆਉਣ। ਐਂਡਾ ਪਾਕਿਸਤਾਨ ਦਾ ਅਹਿਸਾਸ ਹੈਗਾ। ਤੇ ਮੈਂ ਵੀ ਓਵਰਸੀਜ਼ ਪਾਕਿਸਤਾਨੀ ਹਾਂ। ਇਹ ਡਰਾਮਾ ਬਿਲਕੁਲ ਹੋਣਾ ਚਾਹੀਦਾ, ਸਿਰਫ ਕਾਦੀਆਨੀਆਂ ਵਾਸਤੇ ਹੋ ਰਿਹਾ, ਕਿਸੇ ਹੋਰ ਦੂਸਰੇ ਬੰਦੇ ਵਾਸਤੇ ਨਹੀਂ। ਜਿਹੜਾ ਕਰਤਾਰਪੁਰ ਬਣਿਆ, ਲੋਕੀ ਸਮਝਦੇ ਨੇ ਸਿੱਖਾਂ ਵਾਸਤੇ ਬਣਿਆ, ਉਹ ਵੀ ਕਾਦੀਆਨੀਆਂ ਵਾਸਤੇ ਬਣਿਆ। ਤੇ ਵੋਟ ਦੇ ਹੱਕ ਦੇ ਵਿੱਚ ਚਲ ਭੇਟ ਕੇ ਤੇ ਇਹ ਜਨਾਬ ਇੱਧਰ ਵੀ ਉਹੀ ਕੰਮ ਪੈ ਰਿਹਾ। ਹੁਣ ਆ ਜਾਓ ਤੁਸੀਂ ਇਸ ਪਾਸੇ ਕਿ ਜੀ ਵੋਟ ਦਾ ਹੱਕ ਜਿਹੜਾ ਉਹ ਇਲੈਕਟ੍ਰੋਨਿਕ ਮਸ਼ੀਨ ਉਰੇ ਪਰੇ। ਇਲੈਕਟ੍ਰੋਨਿਕ ਅੱਜ ਤੱਕ ਕੋਈ ਐਸੀ ਚੀਜ਼ ਇਲੈਕਟ੍ਰਿਕ ਗੱਲ ਗੌਰ ਨਾ ਸੁਣਨਾ, ਇਲੈਕਟ੍ਰੋਨਿਕ ਕਾਊਂਟਿੰਗ ਦੀ ਕੋਈ ਅੱਜ ਤੱਕ ਐਸੀ ਚੀਜ਼ ਇਜਾਦ ਨਹੀਂ ਹੋ ਸਕੀ ਕਿ ਜਿਹਨੂੰ ਬੰਦਾ ਹਾਈਕ ਨਾ ਕਰ ਸਕੇ ਜਾਂ ਜਿਹਨੂੰ ਗੜਬੜ ਨਾ ਕਰ ਸਕੇ। ਇਹ ਗਰੰਟੀ ਹੈ, ਜਿੱਥੇ ਮਰਜ਼ੀ ਚੈੱਕ ਕਰ ਲਓ। ਥੈਂਕ ਯੂ।